ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਭਗਤ ਸਧਨਾ ਜੀ ਦੇ ਬਾਰੇ ਕਿ ਭਗਤ ਸਧਨਾ ਜੀ ਇੱਕ ਬੱਕਰੇ ਵੱਢਣ ਵਾਲਾ ਕਸਾਈ ਕਿਵੇਂ ਪਰਮਾਤਮਾ ਦੀ ਭਗਤੀ ਦੇ ਵਿੱਚ ਪੈ ਗਿਆ। ਤੇ ਜਦੋਂ ਭਗਤ ਸਧਨਾ ਜੀ ਬੱਕਰੇ ਨੂੰ ਵੱਢਣ ਵਾਸਤੇ ਗਏ ਸਨ ਤਾਂ ਬੱਕਰਾ ਉੱਚੀ ਉੱਚੀ ਕਿਉਂ ਭਗਤ ਸਧਨਾ ਜੀ ਨੂੰ ਵੇਖ ਕੇ ਹੱਸਿਆ ਸੀ ਤੇ ਭਗਤ ਸਧਨਾ ਜੀ ਨੂੰ ਕੀ ਕਿਹਾ ਸੀ ਬੱਕਰੇ ਨੇ, ਜਿਸ ਕਰਕੇ ਉਹ ਭਗਤੀ ਕਰਨ ਲੱਗ ਪਏ। ਤਾਂ ਗੁਰੂ ਪਿਆਰਿਓ, ਉਸ ਪੂਰੀ ਸਟੋਰੀ ਨੂੰ, ਉਸ ਪੂਰੀ ਕਹਾਣੀ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ। ਤਾਂ ਵੀਡੀਓ ਨੂੰ ਅੰਤ ਤੱਕ ਵੇਖਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ। ਤਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਹਾਂ ਸਟਾਰਟ। ਤਾਂ ਗੁਰੂ ਪਿਆਰਿਓ, ਭਗਤ ਸਧਨਾ ਜੀ ਦਾ ਜਨਮ ਪਾਕਿਸਤਾਨ ਦੇ ਵਿੱਚ ਸਿੰਧ ਪ੍ਰਾਂਤ ਦੇ ਵਿੱਚ ਸਹਿਬਾਨ ਪਿੰਡ ਦੇ ਵਿੱਚ ਹੋਇਆ ਤੇ 1180 ਈਸਵੀ ਦੇ ਵਿੱਚ ਹੋਇਆ। ਭਗਤ ਸਧਨਾ ਦੇ ਮਾਤਾ ਪਿਤਾ ਜੀ ਬੱਕਰੇ ਵੱਢਣ ਦਾ ਤੇ ਮਾਸ ਵੇਚਣ ਦਾ ਕੰਮ ਕਰਦੇ ਸਨ। ਜਦੋਂ ਭਗਤ ਸਧਨਾ ਜੀ ਥੋੜੇ ਜਿਹੇ ਵੱਡੇ ਹੋਏ, ਸੂਹ ਵਾਲੇ ਹੋਏ, ਤਾਂ ਭਗਤ ਸਧਨਾ ਦੇ ਪਿਤਾ ਜੀ ਭਗਤ ਸਧਨਾ ਜੀ ਨੂੰ ਦੁਕਾਨ ਤੇ ਬਿਠਾ ਜਾਂਦੇ ਸਨ ਤੇ ਉਹਨਾਂ ਨੂੰ ਮੀਟ ਤੋਲਣਾ ਸਿਖਾ ਦਿੱਤਾ। ਉਹ ਖੁਦ ਬੱਕਰੇ ਖਰੀਦਣ ਵਾਸਤੇ ਚਲੇ ਜਾਂਦੇ ਸਨ। ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਆਪਣੇ ਵੀ ਬੱਕਰੇ ਖਰੀਦਣ ਵਾਲੇ ਆਉਂਦੇ ਹਨ, ਉਸੇ ਤਰ੍ਹਾਂ ਉਹਨਾਂ ਦੇ ਪਿਤਾ ਜੀ ਬੱਕਰੇ ਲਿਆ ਕੇ ਖਰੀਦਣ ਵਾਸਤੇ ਚਲੇ ਜਾਂਦੇ ਸਨ ਤੇ ਭਗਤ ਸਧਨਾ ਜੀ ਨੂੰ ਦੁਕਾਨ ਤੇ ਬਿਠਾ ਜਾਂਦੇ ਸਨ। ਤਾਂ ਹੌਲੀ ਹੌਲੀ ਭਗਤ ਸਧਨਾ ਜੀ ਬੱਕਰੇ ਨੂੰ ਵੱਢਣਾ ਸਿੱਖ ਗਏ ਤੇ ਮੀਟ ਨੂੰ ਕੱਟਣਾ ਸਿੱਖ ਗਏ। ਤਾਂ ਉਹਨਾਂ ਨੇ ਪੂਰੀ ਦੁਕਾਨ ਦਾ ਕੰਮ ਸੰਭਾਲ ਲਿਆ। ਫਿਰ ਉਹਨਾਂ ਦੇ ਪਿਤਾ ਜੀ ਦੀ ਜ਼ਿਆਦਾਤਰ ਜ਼ਿੰਮੇਵਾਰੀ ਬੱਕਰੇ ਖਰੀਦਣ ਦੀ ਹੀ ਰਹਿ ਗਈ ਸੀ, ਬਾਕੀ ਦਾ ਸਾਰਾ ਕੰਮ ਭਗਤ ਸਧਨਾ ਜੀ ਖੁਦ ਹੀ ਕਰ ਲੈਂਦੇ ਸਨ। ਤਾਂ ਇੱਕ ਦਿਨ ਗੁਰੂ ਪਿਆਰਿਓ, ਉਹਨਾਂ ਨੂੰ ਕਿਸੇ ਵਿਆਹ ਦੇ ਵਿੱਚ ਮੀਟ ਦੇਣ ਦਾ ਆਰਡਰ ਆਇਆ ਸੀ। ਤਾਂ ਉਹ ਵਿਆਹ ਦੇ ਵਿੱਚ ਮੀਟ ਦੇਣ ਵਾਸਤੇ ਉਹਨਾਂ ਦੇ ਪਿਤਾ ਜੀ ਨੇ ਬੱਕਰਾ ਕੱਟਿਆ ਤੇ ਟੋਕਰੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਲਪੇਟ ਦਿੱਤਾ ਤੇ ਭਗਤ ਸਧਨਾ ਜੀ ਨੂੰ ਉਹ ਮੀਟ ਦੇਣ ਵਾਸਤੇ ਭੇਜ ਦਿੱਤਾ। ਤਾਂ ਗੁਰੂ ਪਿਆਰਿਓ, ਉਦੋਂ ਜ਼ਿਆਦਾਤਰ ਸਾਧਨ ਨਹੀਂ ਸਨ ਤੇ ਜ਼ਿਆਦਾਤਰ ਸਫ਼ਰ ਪੈਦਲ ਹੀ ਕਰਨੇ ਪੈਂਦੇ ਸਨ। ਤਾਂ ਭਗਤ ਸਧਨਾ ਜੀ ਮੀਟ ਦੇਣ ਵਾਸਤੇ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਕ ਸਾਧੂਆਂ ਦੀ ਮੰਡਲੀ ਆਈ ਹੋਈ ਸੀ। ਜਿਵੇਂ ਕਿ ਗੁਰੂ ਪਿਆਰਿਓ, ਪਹਿਲਾਂ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਸਨ ਤੇ ਜਿੱਥੇ ਉਹਨਾਂ ਨੂੰ ਰਾਤ ਪੈ ਜਾਂਦੀ ਸੀ ਉੱਥੇ ਰੁਕ ਜਾਂਦੇ ਸਨ ਤੇ ਫਿਰ ਕੀਰਤਨ ਕਰਦੇ ਸਨ ਤੇ 1-2 ਦਿਨਾਂ ਵਾਸਤੇ ਉੱਥੇ ਰੁਕ ਕੇ ਕੀਰਤਨ ਕਰਿਆ ਕਰਦੇ ਸਨ। ਤਾਂ ਉੱਥੇ ਸਾਧੂਆਂ ਦੀ ਮੰਡਲੀ ਆਈ ਹੋਈ ਸੀ ਤੇ ਉਹ ਕੀਰਤਨ ਕਰ ਰਹੀ ਸੀ। ਉਹ ਇੱਕ ਸ਼ਬਦ ਉਚਾਰਨ ਕਰ ਰਹੀ ਸੀ ਕਿ ਸਿਮਰਨ ਭਜਨ ਦਇਆ ਨਹੀਂ ਕੀਨੀ ਤਾਂ ਮੁਖ ਚੋਟਾਂ ਖਾਏਗਾ। ਕਿ ਹੇ ਬੰਦੇ, ਜੇ ਤੂੰ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਭਜਨ ਨਹੀਂ ਕਰਦਾ, ਜੇ ਤੂੰ ਜੀਵਾਂ ਤੇ ਤਰਸ ਨਹੀਂ ਕਰਦਾ, ਦਇਆ ਨਹੀਂ ਕਰਦਾ, ਜੇਕਰ ਤੂੰ ਜੀਵਾਂ ਨੂੰ ਮਾਰਦਾ ਹੈ, ਉਹਨਾਂ ਤੇ ਤਰਸ ਨਹੀਂ ਕਰਦਾ, ਤਾਂ ਫੇਰ ਜਦੋਂ ਤੇਰੀ ਮੌਤ ਹੋਗੀ ਤਾਂ ਜਮਾਂ ਦੀਆਂ ਚੋਟਾਂ ਖਾਣੀਆਂ ਪੈਣਗੀਆਂ। ਇਹ ਸ਼ਬਦ ਨੇ ਇੰਨਾ ਭੈੜਾ ਅਸਰ ਕੀਤਾ ਭਗਤ ਸਧਨਾ ਜੀ ਦੇ ਦਿਲ ਤੇ ਕਿ ਭਗਤ ਸਧਨਾ ਜੀ ਨੂੰ ਬਹੁਤ ਘਬਰਾਹਟ ਹੋਈ ਤੇ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਏ। ਕਿਉਂਕਿ ਗੁਰਬਾਣੀ ਦਾ ਬਾਣ ਹਰ ਕਿਸੇ ਤੋਂ ਸਹਿਆ ਨਹੀਂ ਜਾਂਦਾ। ਗੁਰੂ ਪਿਆਰਿਓ, ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ ਕਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਓ ਕਲੇਜੇ ਛੇਕ। ਕਿ ਮੇਰੇ ਸੂਰਮੇ ਸਤਿਗੁਰ ਨੇ ਇਹੋ ਜਿਹਾ ਬਾਣੀ ਦਾ ਬਾਣ ਮਾਰਿਆ। ਕਬੀਰ ਜੀ ਕਹਿੰਦੇ, ਮੈਂ ਲੱਗਦੇ ਸਾਰ ਹੀ ਜ਼ਮੀਨ ਤੇ ਭੁੰਜੇ ਡਿੱਗ ਪਿਆ ਤੇ ਮੇਰੀ ਸੁੱਧ ਬੁੱਧ ਭੁੱਲ ਗਈ ਤੇ ਮੇਰੇ ਕਲੇਜੇ ਦੇ ਵਿੱਚ ਛੇਕ ਹੋ ਗਿਆ। ਉਸੇ ਤਰ੍ਹਾਂ ਇਹੋ ਜਿਹਾ ਤੀਰ ਲੱਗਿਆ ਭਗਤ ਸਧਨਾ ਜੀ ਦੇ ਸ਼ਬਦ ਦਾ ਕਿ ਉਹ ਬੇਹੋਸ਼ ਹੋ ਗਏ। ਗੁਰੂ ਪਿਆਰਿਓ, ਆਪਣੇ ਤੇ ਵੀ ਤੀਰ ਤਾਂ ਓਨੇ ਹੀ ਜ਼ੋਰ ਨਾਲ ਆਉਂਦਾ ਹੈ, ਪਰ ਆਪਣੇ ਦਿਲ ਪੱਥਰ ਹਨ, ਇਸ ਕਰਕੇ ਤੀਰ ਪੁੱਠਾ ਹੀ ਮੁੜ ਜਾਂਦਾ ਹੈ। ਤੀਰ ਉਹਨਾਂ ਹਿਰਦਿਆਂ ਤੇ ਅਸਰ ਕਰਦਾ ਹੈ ਜਿਹੜੇ ਇਮਾਨਦਾਰ ਹਨ, ਸੱਚੇ ਸੁੱਚੇ ਹਨ, ਦਇਆ ਤਰਸ ਕਰਨ ਵਾਲੇ ਹਨ। ਤਾਂ ਭਗਤ ਸਧਨਾ ਜੀ ਬੇਹੋਸ਼ ਹੋ ਕੇ ਉੱਥੇ ਡਿੱਗੇ ਪਏ ਸਨ। ਕਾਫੀ ਟਾਈਮ ਤੱਕ ਉਹਨਾਂ ਨੂੰ ਸੁਰਤ ਨਹੀਂ ਆਈ। ਜਿਹੜਾ ਉਹਨਾਂ ਦਾ ਮਾਸ ਸੀ ਉਹ ਕਾਂ ਕੁੱਤੇ ਲੈ ਗਏ। ਫਿਰ ਭਗਤ ਸਧਨਾ ਜੀ ਨੂੰ ਕਾਫੀ ਟਾਈਮ ਬਾਅਦ ਜਦੋਂ ਹੋਸ਼ ਆਈ ਤਾਂ ਉਹ ਉੱਠ ਕੇ ਵੇਖਿਆ ਕਿ ਟੋਕਰੇ ਵਿੱਚ ਮੀਟ ਨਹੀਂ ਹੈ। ਤਾਂ ਉਹ ਵਾਪਸ ਜਾ ਕੇ ਹੋਰ ਬੱਕਰਾ ਵੱਢ ਕੇ ਲਿਆਏ ਤੇ ਉਹ ਮੀਟ ਵਿਆਹ ਵਾਲਿਆਂ ਨੂੰ ਦੇ ਕੇ ਉਹਨਾਂ ਦਾ ਪ੍ਰੋਗਰਾਮ ਯਾਨੀ ਕਿ ਸਫਲ ਕੀਤਾ ਤੇ ਆਪਣਾ ਵਾਅਦਾ ਪੂਰਾ ਕੀਤਾ। ਇਸ ਤੋਂ ਬਾਅਦ ਭਗਤ ਸਧਨਾ ਜੀ ਆਪਣੀ ਦੁਕਾਨ ਤੇ ਆ ਗਏ, ਲੇਕਿਨ ਕਾਫੀ ਦਿਨਾਂ ਤੱਕ ਉਹਨਾਂ ਦੇ ਉਹੀ ਗੱਲ ਦਿਮਾਗ ਦੇ ਵਿੱਚ ਘੁੰਮਦੀ ਰਹੀ। ਹੁਣ ਉਹ ਜਦੋਂ ਵੀ ਬੱਕਰਾ ਵੱਢਦੇ ਸਨ ਤਾਂ ਉਹਨਾਂ ਨੂੰ ਤਰਸ ਆਉਂਦਾ ਸੀ, ਦਇਆ ਆਉਂਦੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਮੈਨੂੰ ਇਹ ਕੰਮ ਛੱਡ ਦੇਣਾ ਚਾਹੀਦਾ ਹੈ, ਲੇਕਿਨ ਹੋਰ ਕੋਈ ਕੰਮ ਵੀ ਨਹੀਂ ਸੀ। ਤਾਂ ਇਸ ਲਈ ਉਹਨਾਂ ਨੂੰ ਮਜਬੂਰੀ ਦੇ ਵਿੱਚ ਹੀ ਉਹ ਕੰਮ ਕਰਨਾ ਪੈ ਰਿਹਾ ਸੀ। ਗੁਰੂ ਪਿਆਰਿਓ, ਭਗਤ ਸਧਨਾ ਜੀ ਦੀ ਦੁਕਾਨ ਤੇ ਇੱਕ ਪੱਥਰ ਸੀ ਜੋ ਸਾਲਗ੍ਰਾਮ ਪੱਥਰ ਹੈ, ਜਿਸ ਦੀ ਪੰਡਤ ਲੋਕ ਪੂਜਾ ਕਰਦੇ ਹਨ, ਬ੍ਰਾਹਮਣ ਲੋਕ ਪੂਜਾ ਕਰਦੇ ਹਨ, ਹਿੰਦੂ ਲੋਕ ਪੂਜਾ ਕਰਦੇ ਹਨ। ਤਾਂ ਉਹ ਸਾਲਗ੍ਰਾਮ ਪੱਥਰ ਤੇ
ਜਦੋਂ ਦੁਕਾਨ ਖੋਲ੍ਹਦਾ ਸੀ ਭਗਤ ਸਧਨਾ ਤਾਂ ਉਸਦੀ ਧੂਫ ਵੀ ਕਰਦਾ ਹੁੰਦਾ ਸੀ ਤੇ ਉਸੇ ਨਾਲ ਹੀ ਮੀਟ ਤੋਲਦਾ ਹੁੰਦਾ ਸੀ। ਤਾਂ ਇੱਕ ਸਾਧੂ ਜਦੋਂ ਆਇਆ ਭਗਤ ਸਧਨਾ ਜੀ ਦੀ ਦੁਕਾਨ ਦੇ ਮੂਹਰੋਂ ਲੰਘਿਆ ਤਾਂ ਉਸਨੇ ਦੇਖਿਆ ਕਿ ਭਗਤ ਸਧਨਾ ਤਾਂ ਸਾਲਗ੍ਰਾਮ ਪੱਥਰ ਰੱਖੀ ਬੈਠਾ ਹੈ। ਤਾਂ ਉਸਨੇ ਸਧਨਾ ਜੀ ਨੂੰ ਕਿਹਾ ਕਿ ਹੇ ਮੂਰਖਾ, ਇਹ ਤਾਂ ਉਹ ਪੱਥਰ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਤੂੰ ਇਸ ਨੂੰ ਮਾਸ ਤੋਲਣ ਵਾਸਤੇ, ਮੀਟ ਤੋਲਣ ਵਾਸਤੇ ਰੱਖ ਰੱਖਿਆ ਏ ਤੇ ਇਸ ਨੂੰ ਖੂਨ ਦੇ ਨਾਲ ਲਵੇੜ ਰੱਖਿਆ ਏ। ਤੈਨੂੰ ਬਹੁਤ ਪਾਪ ਲੱਗੇਗਾ ਇਸ ਪੱਥਰ ਦਾ। ਤਾਂ ਸਧਨਾ ਜੀ ਤਾਂ ਪਹਿਲਾਂ ਹੀ ਡਰੇ ਹੋਏ ਸਨ। ਤਾਂ ਸਧਨਾ ਜੀ ਕਹਿੰਦੇ ਮੈਨੂੰ ਕੀ ਕਰਨਾ ਚਾਹੀਦਾ ਹੈ? ਤਾਂ ਉਸਨੇ ਕਿਹਾ ਕਿ ਇਹ ਪੱਥਰ ਤੂੰ ਮੈਨੂੰ ਦੇ ਦੇ ਤੇ ਮੈਂ ਤੈਨੂੰ ਹੋਰ ਪੱਥਰ ਦੇ ਦਿੰਦਾ ਹਾਂ। ਤਾਂ ਭਗਤ ਸਧਨਾ ਜੀ ਨੇ ਉਹ ਪੱਥਰ ਉਸ ਸਾਧੂ ਨੂੰ ਦੇ ਦਿੱਤਾ ਤੇ ਸਾਧੂ ਨੇ ਉਸ ਨੂੰ ਇੱਕ ਆਮ ਜਿਹਾ ਪੱਥਰ ਦੇ ਦਿੱਤਾ, ਜਿਸ ਨਾਲ ਭਗਤ ਸਧਨਾ ਜੀ ਨੇ ਆਪਣਾ ਮੀਟ ਤੋਲਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਸਾਧੂ ਆਪਣੇ ਘਰ ਗਿਆ ਤਾਂ ਗੁਰੂ ਪਿਆਰਿਓ ਉਸਨੇ ਕੱਚੀ ਲੱਸੀ ਨਾਲ ਉਸ ਪੱਥਰ ਦਾ ਇਸ਼ਨਾਨ ਕਰਾ ਕੇ ਉਸ ਦੀ ਧੂਫ ਬੱਤੀ ਕਰਕੇ ਰਾਤ ਨੂੰ ਸਾਧੂ ਸੌਂ ਗਿਆ। ਲੇਕਿਨ ਉਸ ਸਾਧੂ ਨੂੰ ਦ੍ਰਿਸ਼ਟਾਂਤ ਦਿਸਿਆ। ਉਸ ਸਾਧੂ ਨੂੰ ਇੰਜ ਲੱਗਿਆ ਕਿ ਉਹ ਪੱਥਰ ਜਿਵੇਂ ਸਾਧੂ ਦੀ ਛਾਤੀ ਤੇ ਧਰਿਆ ਗਿਆ ਹੋਵੇ ਤੇ ਉਸ ਸਾਧੂ ਨੂੰ ਕਹਿਣ ਲੱਗਿਆ ਕਿ ਮੈਨੂੰ ਸਧਨੇ ਕੋਲੇ ਹੀ ਲੈ ਜਾ। ਸਧਨਾ ਬੇਸ਼ੱਕ ਬੱਕਰੇ ਵੱਢਦਾ ਹੈ ਲੇਕਿਨ ਉਹ ਦਿਲ ਦਾ ਸਾਫ਼ ਹੈ ਤੇ ਤੂੰ ਪਖੰਡੀ ਹੈ। ਮੈਂ ਤੇਰੇ ਕੋਲੇ ਨਹੀਂ ਰਹਿਣਾ, ਮੇਰਾ ਤੇਰੇ ਕੋਲੇ ਜੀ ਨਹੀਂ ਲੱਗਦਾ। ਮੈਨੂੰ ਸਧਨੇ ਕੋਲੇ ਹੀ ਭੇਜ ਦੇ, ਮੇਰਾ ਜੀ ਉਸੇ ਕੋਲੇ ਹੀ ਲੱਗਦਾ ਹੈ। ਤਾਂ ਗੁਰੂ ਪਿਆਰਿਓ ਕਹਿੰਦੇ ਹਨ ਕਿ ਉਸੇ ਦੂਜੇ ਹੀ ਦਿਨ ਸਾਧੂ ਨੇ ਉਹ ਪੱਥਰ ਲਿਆ ਕੇ ਸਧਨੇ ਨੂੰ ਦੇ ਦਿੱਤਾ ਤੇ ਕਹਿਣ ਲੱਗਾ ਕਿ ਸਧਨਾ ਜੀ ਇਹ ਪੱਥਰ ਤੇਰੇ ਕੋਲੇ ਹੀ ਰਹਿਣਾ ਚਾਹੁੰਦਾ ਹੈ। ਤਾਂ ਉਹ ਪੱਥਰ ਸਧਨੇ ਨੂੰ ਦੇ ਦਿੱਤਾ। ਤਾਂ ਫਿਰ ਕੁਛ ਦਿਨ ਲੰਘੇ, ਕਿਉਂਕਿ ਗੁਰੂ ਪਿਆਰਿਓ ਜਦੋਂ ਚੰਗੇ ਕਰਮ ਜਾਗਦੇ ਹਨ ਤਾਂ ਫਿਰ ਵਾਹਿਗੁਰੂ ਜੀ ਦੇਰ ਨਹੀਂ ਲਾਉਂਦੇ ਕਿਸੇ ਨੂੰ ਆਪਣੇ ਵੱਲ ਮੋੜਨ ਲੱਗੇ। ਤਾਂ ਗੁਰਬਾਣੀ ਦਾ ਸ਼ਬਦ ਵੀ ਹੈ ਕਿ ਪੂਰਵ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਤ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਤਾਂ ਗੁਰੂ ਪਿਆਰਿਓ ਜਦੋਂ ਸਤਿਗੁਰ ਮੂੰਹ ਕਰ ਲੈਂਦੇ ਹਨ, ਮੁਖ ਕਰ ਲੈਂਦੇ ਹਨ ਤਾਂ ਫਿਰ ਵੱਡਿਆਂ ਨੂੰ ਸੁਧਾਰ ਦਿੰਦੇ ਹਨ। ਤਾਂ ਕੁਝ ਦਿਨ ਲੰਘੇ ਤਾਂ ਇੱਕ ਸ਼ਾਹੂਕਾਰ ਕਾਫੀ ਰਾਤ ਰਹਿੰਦੀ, ਯਾਨੀ ਕਿ 8-9 ਵਜੇ ਰਾਤ ਨੂੰ ਆਇਆ ਭਗਤ ਸਧਨਾ ਜੀ ਦੀ ਦੁਕਾਨ ਤੇ। ਉਸ ਸਮੇਂ ਤੱਕ ਭਗਤ ਸਧਨਾ ਜੀ ਨੇ ਜਿਹੜਾ ਬੱਕਰਾ ਦਿਨੇ ਵੱਢਿਆ ਸੀ ਉਹ ਸਾਰਾ ਵਿਕ ਚੁੱਕਿਆ ਸੀ। ਤਾਂ ਉਸ ਸ਼ਾਹੂਕਾਰ ਨੇ ਕਿਹਾ ਕਿ ਸਧਨਾ ਜੀ ਮੈਨੂੰ ਮੀਟ ਚਾਹੀਦਾ ਹੈ, ਮੇਰੇ ਘਰ ਰਿਸ਼ਤੇਦਾਰ ਆਏ ਹਨ, ਪ੍ਰਾਹੁਣੇ ਆਏ ਹਨ ਤੇ ਮੈਨੂੰ ਤੁਸੀਂ ਮੀਟ ਦਿਓ। ਤਾਂ ਭਗਤ ਸਧਨਾ ਜੀ ਨੇ ਕਿਹਾ ਕਿ ਸ਼ਾਹੂਕਾਰ ਜੀ ਹੁਣ ਤਾਂ ਮੈਂ ਸਾਰਾ ਬੱਕਰਾ ਵੇਚ ਦਿੱਤਾ ਹੈ, ਜੋ ਬੱਕਰਾ ਮੈਂ ਦਿਨੇ ਵੱਢਿਆ ਸੀ ਉਹ ਤਾਂ ਮੈਂ ਵੇਚ ਦਿੱਤਾ ਹੈ ਤੇ ਜੇਕਰ ਮੈਂ ਤੁਹਾਡੇ ਵਾਸਤੇ ਸਪੈਸ਼ਲ ਹੋਰ ਬੱਕਰਾ ਵੱਢਦਾ ਹਾਂ ਤਾਂ ਮੇਰਾ ਸਾਰਾ ਮੀਟ ਖਰਾਬ ਹੋ ਜਾਵੇਗਾ ਤੇ ਮੈਨੂੰ ਘਾਟਾ ਪਵੇਗਾ। ਤਾਂ ਉਸਨੇ ਸ਼ਾਹੂਕਾਰ ਨੇ ਕਿਹਾ ਦੇਖ ਲੈ ਸਧਨਿਆ, ਆਪਣੀ ਤਾਂ ਪੁਰਾਣੀ ਮਿੱਤਰਤਾ ਹੈ, ਮੈਂ ਤੇਰੀ ਦੁਕਾਨ ਤੋਂ ਬਿਨਾਂ ਹੋਰ ਕਿਸੇ ਵੀ ਦੁਕਾਨ ਤੇ ਨਹੀਂ ਜਾਂਦਾ ਤੇ ਫਿਰ ਆਪਣੀ ਗਾਹਕੀ ਖਰਾਬ ਹੋਵੇਗੀ। ਤਾਂ ਭਗਤ ਸਧਨਾ ਜੀ ਨੇ ਕਿਹਾ ਕਿ ਇਹ ਪੁਰਾਣਾ ਗਾਹਕ ਹੈ, ਇਸ ਨੂੰ ਮੋੜਨਾ ਵੀ ਨਹੀਂ ਚਾਹੀਦਾ। ਤਾਂ ਭਗਤ ਸਧਨਾ ਜੀ ਨੇ ਸੋਚਿਆ ਕਿ ਮੈਂ ਬੱਕਰੇ ਦਾ ਕੋਈ ਇੱਕ ਅੰਗ ਕੱਟ ਲੈਂਦਾ ਹਾਂ ਤੇ ਉਹ ਉਸ ਨੂੰ ਦੇ ਦੇਵਾਂਗਾ, ਫਿਰ ਬਾਕੀ ਦਾ ਬੱਕਰਾ ਮੈਂ ਸਵੇਰੇ ਵੱਢ ਲਵਾਂਗਾ। ਤਾਂ ਭਗਤ ਸਧਨਾ ਜੀ ਜਦੋਂ ਛੁਰੀ ਲੈ ਕੇ ਬੱਕਰੇ ਦੇ ਕੋਲੇ ਗਏ ਤਾਂ ਬੱਕਰਾ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਫਿਰ ਰੋਣ ਲੱਗ ਪਿਆ, ਫਿਰ ਉੱਚੀ ਉੱਚੀ ਹੱਸਣ ਲੱਗ ਪਿਆ। ਤਾਂ ਭਗਤ ਸਧਨਾ ਜੀ ਹੈਰਾਨ ਹੋ ਗਏ ਕਿ ਇਹ ਕੀ ਹੋ ਰਿਹਾ ਹੈ। ਤਾਂ ਬੱਕਰੇ ਨੇ ਕਿਹਾ ਸਧਨਿਆ, ਕਈ ਜਨਮਾਂ ਦਾ ਤੂੰ ਬੱਕਰਾ ਬਣਦਾ ਸੀ ਤੇ ਮੈਂ ਤੈਨੂੰ ਵੱਢਦਾ ਹੁੰਦਾ ਸੀ ਤੇ ਕਈ ਜਨਮਾਂ ਦਾ ਹੁਣ ਮੈਂ ਬੱਕਰਾ ਬਣ ਰਿਹਾ ਹਾਂ ਤੇ ਤੂੰ ਮੈਨੂੰ ਵੱਢ ਰਿਹਾ ਹੈ। ਸਧਨਿਆ ਅੱਜ ਆਪਣੀ ਲਾਸਟ ਭਾਜੀ ਸੀ ਜੋ ਤੂੰ ਪਹਿਲਾਂ ਵਾਲਾ ਬੱਕਰਾ ਵੱਢ ਕੇ ਪੂਰੀ ਕਰ ਦਿੱਤੀ। ਹੁਣ ਜਿਹੜਾ ਤੂੰ ਮੈਨੂੰ ਵੱਢ ਕੇ ਨਵੀਂ ਭਾਜੀ ਚੜਾਉਣ ਲੱਗਿਆ ਏ ਇਹ ਹੁਣ ਤੇਰੀ ਨਵੀਂ ਹੋਵੇਗੀ। ਇਸ ਤੋਂ ਪਹਿਲਾਂ ਤਾਂ ਆਪਣਾ ਹਿਸਾਬ ਕਿਤਾਬ ਹੋ ਗਿਆ ਬਰਾਬਰ, ਲੇਕਿਨ ਅੱਜ ਤਾਂ ਤੂੰ ਨਵਾਂ ਹੀ ਰੀਤ ਚਲਾਉਣ ਲੱਗਿਆ ਹੈ। ਮੇਰੇ ਨਵੀਂ ਇੱਕ ਅੰਗ ਕੱਟਣ ਨੂੰ ਫਿਰਦਾ ਹੈ, ਤੈਨੂੰ ਪਤਾ ਸਾਰੀ ਰਾਤ ਮੈਂ ਤੜਫਾਂਗਾ। ਸਧਨਾ ਕੋਈ ਗੱਲ ਨਹੀਂ, ਮੈਂ ਤਾਂ ਔਖਾ ਸੌਖਾ ਇਸੇ ਤਰ੍ਹਾਂ ਤੜਫ ਕੇ ਕੱਢ ਲਵਾਂਗਾ, ਲੇਕਿਨ ਗੱਲ ਯਾਦ ਰੱਖ ਲੈ ਮਿੱਤਰਾ, ਤੇਰੇ ਤੇ ਵੀ ਵਾਰੀ ਆਉਣੀ ਹੈ ਫਿਰ। ਤਾਂ ਸਧਨਾ ਕਾਫੀ ਡਰ ਗਿਆ, ਘਬਰਾ ਗਿਆ। ਉਸਨੇ ਛੁਰੀ ਉੱਥੇ ਹੀ ਸੁੱਟ ਦਿੱਤੀ ਤੇ ਸ਼ਾਹੂਕਾਰ ਨੂੰ ਕਹਿ ਦਿੱਤਾ ਗੁੱਸੇ ਦੇ ਵਿੱਚ ਜਾ ਕੇ, ਜਾ ਜਿੱਥੇ ਮਰਜ਼ੀ ਮੀਟ ਲੈ ਲਾ, ਅੱਜ ਤੋਂ ਬਾਅਦ ਮੈਂ ਇਹ ਕੰਮ ਹੀ ਛੱਡਿਆ, ਅੱਜ ਤੋਂ ਬਾਅਦ ਮੈਂ ਬੱਕਰਾ ਨਹੀਂ ਵੱਢਾਂਗਾ। ਤਾਂ ਭਗਤ ਸਧਨਾ ਜੀ ਦੇ ਦਿਲ ਤੇ ਇੰਨੀ ਭੈੜੀ ਚੋਟ ਲੱਗੀ, ਉਸਨੇ ਦੁਕਾਨ ਬੰਦ ਕਰ ਦਿੱਤੀ ਤੇ ਦੁਕਾਨ ਤੇ ਜਾਣਾ ਵੀ ਬੰਦ ਕਰ ਦਿੱਤਾ। ਜਦੋਂ ਉਸਦੇ ਪਿਤਾ ਜੀ ਪਰੇਸ਼ਾਨ ਕਰਦੇ ਸਨ ਕਿ ਤੂੰ ਦੁਕਾਨ ਤੇ ਜਾ, ਤਾਂ ਭਗਤ ਸਧਨਾ ਜੀ ਨੇ ਆਪਣੇ ਸਾਰੇ ਕੱਪੜੇ ਬੰਨ੍ਹ ਕੇ ਚੱਲ ਪਏ ਤੇ ਘਰ ਹੀ ਛੱਡ ਦਿੱਤਾ। ਉਹਨਾਂ ਨੇ ਕਿਹਾ ਕਿ ਮਰਨ ਤੋਂ ਬਾਅਦ ਤਾਂ ਕੋਈ ਵੀ ਸਾਥੀ ਨਹੀਂ ਹੈ ਪਿਤਾ ਜੀ, ਲੇਕਿਨ ਮੈਂ ਹੁਣ ਹੋਰ ਪਾਪ ਨਹੀਂ ਕਰਾਂਗਾ ਕਿਉਂਕਿ ਮੈਨੂੰ ਸਮਝ ਆ ਗਈ ਹੈ, ਹੁਣ ਮੈਂ ਹੋਰ ਕਿਸੇ ਜੀਵ ਨੂੰ ਨਹੀਂ ਮਾਰਾਂਗਾ। ਤਾਂ ਭਗਤ ਸਧਨਾ ਜੀ ਘਰ ਛੱਡ ਕੇ ਚਲੇ ਗਏ। ਫਿਰ ਉਹ 2 ਦਿਨ ਕਿਤੇ ਰਹਿੰਦੇ ਸਨ ਤੇ 2 ਦਿਨ ਕਿਤੇ ਰਹਿੰਦੇ ਸਨ।
ਤੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਸਨ, ਭਜਨ ਕਰਦੇ ਸਨ। ਤਾਂ ਗੁਰੂ ਪਿਆਰਿਓ, ਇੱਕ ਦਿਨ ਭਗਤ ਸਧਨਾ ਜੀ ਕਿਸੇ ਪਿੰਡ ਵਿੱਚ ਜਾ ਰਹੇ ਸਨ ਤਾਂ ਉਹਨਾਂ ਨੂੰ ਕਾਫੀ ਰਾਤ ਹੋ ਗਈ। ਤਾਂ ਜਦੋਂ ਰਾਤ ਪੈ ਗਈ ਤਾਂ ਭਗਤ ਸਧਨਾ ਜੀ ਕਿਸੇ ਘਰ ਦੇ ਵਿੱਚ ਰੁਕ ਗਏ। ਤਾਂ ਉਸ ਘਰ ਦੇ ਵਿੱਚ ਉਹਨਾਂ ਨੇ ਬਾਹਰ ਖੜਕਾਇਆ ਤਾਂ ਇੱਕ ਦਰਵਾਜ਼ਾ ਖੋਲ੍ਹਿਆ ਤੇ ਇੱਕ 20-25 ਸਾਲ ਦੀ ਇੱਕ ਜਵਾਨ ਔਰਤ ਸੀ, ਉਸਨੇ ਦਰਵਾਜ਼ਾ ਖੋਲ੍ਹਿਆ ਤੇ ਭਗਤ ਸਧਨਾ ਜੀ ਨੇ ਕਿਹਾ ਕਿ ਮੈਂ ਭੈਣ ਜੀ, ਮੈਂ ਇੱਕ ਫਕੀਰ ਹਾਂ, ਵਾਹਿਗੁਰੂ ਜੀ ਦੀ ਭਗਤੀ ਕਰਦਾ ਹਾਂ ਤੇ ਮੈਨੂੰ ਰਾਤ ਪੈ ਗਈ ਹੈ ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਹੈ। ਜੇਕਰ ਤੁਸੀਂ ਖਾਣਾ ਖਵਾ ਦੋਗੇ ਮੈਨੂੰ ਤਾਂ ਰਾਤ ਕਟਵਾ ਦੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਭਲੀ ਕਰਨਗੇ, ਪ੍ਰਮਾਤਮਾ ਜੀ ਤੁਹਾਡੇ ਤੇ ਮਿਹਰ ਕਰਨਗੇ। ਤਾਂ ਉਸਨੇ ਕਿਹਾ ਕਿ ਠੀਕ ਹੈ ਭਗਤ ਜੀ, ਆ ਜਾਓ ਤੁਸੀਂ। ਤਾਂ ਉਹ ਅੰਦਰ ਲੈ ਗਈ ਉਸਨੂੰ। ਤਾਂ ਉਸਦਾ ਇੱਕ ਘਰ ਵਾਲਾ ਸੀ, ਉਹ ਵੀ ਭਗਤ ਸਧਨਾ ਜੀ ਦੇ ਕੋਲੇ ਆ ਕੇ ਬੈਠ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਖਾਣਾ ਖਵਾਇਆ। ਇਸ ਤੋਂ ਬਾਅਦ ਕਾਫੀ ਰਾਤ ਤੱਕ ਉਹ ਬੈਠੇ ਰਹੇ ਤੇ ਪ੍ਰਮਾਤਮਾ ਦੀਆਂ ਗੱਲਾਂ ਕਰਦੇ ਰਹੇ। ਤਾਂ ਜਦੋਂ ਉਸ ਔਰਤ ਦਾ ਘਰ ਵਾਲਾ ਸੌਣ ਵਾਸਤੇ ਚਲਿਆ ਗਿਆ ਤਾਂ ਉਹ ਔਰਤ ਫਿਰ ਵਾਪਸ ਆ ਗਈ ਭਗਤ ਸਧਨਾ ਜੀ ਦੇ ਕੋਲੇ ਤੇ ਕਹਿਣ ਲੱਗੀ ਕਿ ਸਾਧੂ ਸੰਤ ਤਾਂ ਮੈਂ ਪਹਿਲਾਂ ਵੀ ਬੜੇ ਵੇਖੇ ਹਨ, ਉਹ ਤਾਂ ਭਗਤੀ ਕਰਦੇ ਹਨ, ਤਪ ਕਰ ਕਰਕੇ ਸਰੀਰ ਸੁੱਕੇ ਪਏ ਹੁੰਦੇ ਹਨ, ਤੂੰ ਤਾਂ ਮੈਨੂੰ ਕੋਈ ਪਖੰਡੀ ਹੀ ਲੱਗਦਾ ਹੈ। ਕਿਉਂਕਿ ਗੁਰੂ ਪਿਆਰਿਓ, ਭਗਤ ਸਧਨਾ ਜੀ ਤਾਂ ਬੱਕਰੇ ਵੱਢਦੇ ਸਨ ਤੇ ਮੀਟ ਖਾਂਦੇ ਸਨ, ਇਸ ਲਈ ਹੱਟਾ ਕੱਟਾ ਸਰੀਰ ਸੀ ਉਹਨਾਂ ਦਾ। ਤਾਂ ਉਸਨੇ ਕਿਹਾ ਕਿ ਤੂੰ ਮੈਨੂੰ ਪਖੰਡੀ ਹੀ ਲੱਗਦਾ ਹੈ, ਮੈਨੂੰ ਨਹੀਂ ਲੱਗਦਾ ਤੂੰ ਪ੍ਰਮਾਤਮਾ ਦਾ ਭਗਤ ਹੈ। ਦੇਖ, ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਇਸ ਬੰਦੇ ਨਾਲ, ਇਹਦੀ ਉਮਰ ਤਾਂ ਮੇਰੇ ਤੋਂ ਦੁੱਗਣੀ ਹੈ ਤੇ ਮੈਂ ਇਸ ਨਾਲ ਖੁਸ਼ ਨਹੀਂ ਹਾਂ। ਜੇਕਰ ਤੂੰ ਸਾਡੇ ਹੀ ਘਰ ਰਹਿਣ ਲੱਗ ਜਾਏਗਾ ਤਾਂ ਵਧੀਆ ਹੈ, ਮੇਰਾ ਵੀ ਟਾਈਮ ਸੌਖਾ ਲੰਘ ਜਾਵੇਗਾ। ਤਾਂ ਭਗਤ ਸਧਨਾ ਜੀ ਨੇ ਕਿਹਾ ਕਿ ਦੇਖ ਭੈਣ ਜੀ, ਮੈਂ ਪਹਿਲਾਂ ਹੀ ਬਹੁਤ ਪਾਪ ਕੀਤੇ ਹਨ ਤੇ ਮੈਂ ਤਾਂ ਉਹਨਾਂ ਦਾ ਹੀ ਹਜੇ ਲੇਖਾ ਜੋਖਾ ਭੁਗਤਾਉਂਦਾ ਫਿਰਦਾ ਹਾਂ ਤੇ ਮੈਂ ਨਵਾਂ ਹੋਰ ਪਾਪ ਕਿਵੇਂ ਕਰ ਸਕਦਾ ਹਾਂ। ਤੇਰੇ ਘਰਦਿਆਂ ਨੇ ਜਿਸ ਨਾਲ ਤੈਨੂੰ ਵਿਆਹਿਆ ਹੈ, ਤੂੰ ਪ੍ਰਮਾਤਮਾ ਦੀ ਰਜ਼ਾ ਨੂੰ ਮੰਨ ਕੇ ਉਸੇ ਨਾਲ ਹੀ ਖੁਸ਼ ਰਹਿ ਤੇ ਮੈਂ ਐਡਾ ਵੱਡਾ ਅਪਰਾਧ ਨਹੀਂ ਕਰ ਸਕਦਾ। ਤਾਂ ਇਹ ਗੱਲ ਸੁਣ ਕੇ ਉਹ ਔਰਤ ਅੰਦਰ ਚਲੀ ਗਈ। ਭਗਤ ਸਧਨਾ ਜੀ ਨੂੰ ਤਾਂ ਇਹ ਲੱਗਿਆ ਕਿ ਉਹ ਔਰਤ ਸਮਝ ਗਈ, ਇਸ ਲਈ ਅੰਦਰ ਚਲੀ ਗਈ। ਪਰ ਥੋੜੇ ਟਾਈਮ ਬਾਅਦ ਉਹ ਔਰਤ ਬਾਹਰ ਆਈ ਤੇ ਆਪਣੇ ਘਰ ਵਾਲਾ ਜੋ ਬਜ਼ੁਰਗ ਜਿਹਾ ਸੀ ਉਸ ਦਾ ਗਲ ਵੱਢ ਕੇ ਹੱਥ ਵਿੱਚ ਫੜੀ ਆ ਰਹੀ ਸੀ ਤੇ ਕਹਿਣ ਲੱਗੀ ਕਿ ਮੈਨੂੰ ਲੱਗਦਾ ਹੈ ਕਿ ਤੈਨੂੰ ਇਸ ਤੋਂ ਡਰ ਲੱਗ ਰਿਹਾ ਸੀ, ਲੈ ਇਸ ਨੂੰ ਮੈਂ ਮਾਰ ਦਿੱਤਾ, ਹੁਣ ਤੈਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਤਾਂ ਭਗਤ ਸਧਨਾ ਜੀ ਮੰਜੇ ਤੋਂ ਖੜੇ ਹੋ ਗਏ ਤੇ ਕਹਿਣ ਲੱਗੇ, ਹੇ ਪਾਪਣੇ, ਇਹ ਕੀ ਕਰ ਦਿੱਤਾ ਹੈ ਤੂੰ? ਪਤੀ ਤਾਂ ਪਰਮੇਸ਼ਰ ਹੁੰਦਾ ਹੈ ਤੇ ਤੂੰ ਇਸ ਨੂੰ ਮਾਰ ਦਿੱਤਾ ਹੈ ਤੇ ਤੂੰ ਇਹ ਮੈਥੋਂ ਕੀ ਕਰਾਉਣਾ ਚਾਹੁੰਦੀ ਹੈ? ਜਦੋਂ ਤੂੰ ਆਪਦੇ ਪਤੀ ਦੀ ਨਹੀਂ ਬਣੀ, ਜਦੋਂ ਤੂੰ ਆਪਣੇ ਪਤੀ ਨੂੰ ਹੀ ਮਾਰ ਦਿੱਤਾ ਤੇ ਮੈਂ ਤੇਰਾ ਕੀ ਲੱਗਿਆ? ਤੇ ਮੈਂ ਐਡਾ ਵੱਡਾ ਅਪਰਾਧ ਨਹੀਂ ਕਰ ਸਕਦਾ, ਮੈਂ ਇੱਥੇ ਰਾਤ ਵੀ ਨਹੀਂ ਕੱਟਣੀ। ਇਹ ਕਹਿ ਕੇ ਭਗਤ ਸਧਨਾ ਜੀ ਜਦੋਂ ਤੁਰਨ ਲੱਗੇ ਤਾਂ ਉਸਨੇ ਜਲਦੀ ਜਾ ਕੇ ਮੂਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਤੇ ਕਹਿਣ ਲੱਗੀ ਕਿ ਮੈਂ ਤੇਰੇ ਵਾਸਤੇ ਆਪਣੇ ਘਰ ਵਾਲੇ ਨੂੰ ਵੀ ਮਾਰ ਦਿੱਤਾ ਹੈ ਤੇ ਹੁਣ ਤੂੰ ਵੀ ਜਾ ਰਿਹਾ ਹੈ, ਇਹ ਕਿੱਦਾਂ ਹੋ ਸਕਦਾ ਹੈ? ਤਾਂ ਭਗਤ ਸਧਨਾ ਜੀ ਨੇ ਕਿਹਾ ਕਿ ਮੈਂ ਕੋਈ ਅਪਰਾਧ ਨਹੀਂ ਕਰਨਾ ਚਾਹੁੰਦਾ, ਤੂੰ ਕੁਛ ਮਰਜ਼ੀ ਕਰ ਲਾ। ਤਾਂ ਉਸਨੇ ਜਲਦੀ ਛੱਤ ਤੇ ਚੜ੍ਹ ਕੇ ਰੌਲਾ ਪਾ ਦਿੱਤਾ ਕਿ ਇਹ ਸਾਧ ਬਣਿਆ ਫਿਰਦਾ ਹੈ, ਪਖੰਡੀ ਹੈ, ਇਸਨੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ ਹੈ ਤੇ ਮੇਰੀ ਇੱਜ਼ਤ ਨੂੰ ਪੈਂਦਾ ਸੀ ਤੇ ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ। ਤਾਂ ਸਾਰੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਸਧਨੇ ਨੂੰ ਫੜ ਲਿਆ ਤੇ ਕਾਫੀ ਮਾਰ ਕਟਾਈ ਹੋਈ ਸਧਨੇ ਦੀ। ਤੇ ਜਦੋਂ ਸਵੇਰ ਹੋਈ ਤਾਂ ਉੱਥੋਂ ਦਾ ਜਿਹੜਾ ਰਾਜਾ ਸੀ ਤਾਂ ਰਾਜੇ ਦੇ ਸਧਨੇ ਨੂੰ ਪੇਸ਼ ਕਰ ਦਿੱਤਾ। ਤਾਂ ਉਸ ਔਰਤ ਨੇ ਕਿਹਾ ਕਿ ਇਹ ਸਾਡੇ ਘਰ ਰਾਤ ਕੱਟਣ ਵਾਸਤੇ ਆਇਆ ਸੀ, ਅਸੀਂ ਇਸ ਨੂੰ ਖਾਣਾ ਵੀ ਖਵਾਇਆ, ਪਰ ਇਸ ਨੇ ਤਾਂ ਮੇਰੇ ਬਾਰੇ ਗਲਤ ਸੋਚਿਆ ਤੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ। ਤਾਂ ਰਾਜਾ ਬਹੁਤ ਗੁੱਸੇ ਹੋਇਆ ਕਿ ਇਹ ਸਾਧੂ ਬਣ ਕੇ ਐਡਾ ਵੱਡਾ ਅਪਰਾਧ ਕੀਤਾ। ਤਾਂ ਪਹਿਲਾਂ ਤਾਂ ਰਾਜੇ ਨੇ ਕਿਹਾ ਕਿ ਇਸ ਨੂੰ ਜਾਨ ਤੋਂ ਮਾਰ ਦਿਓ, ਲੇਕਿਨ ਫਿਰ ਰਾਜੇ ਨੇ ਕਿਹਾ ਕਿ ਇਦਾਂ ਕਰੋ, ਇਸ ਦੇ ਦੋਨੇ ਹੱਥ ਵੱਢ ਦਿਓ ਤੇ ਤਾਂ ਕਿ ਇਹ ਸਾਰੀ ਜ਼ਿੰਦਗੀ ਤੜਫਦਾ ਰਹੇ ਤੇ ਇਹ ਯਾਦ ਕਰਦਾ ਰਹੇ ਕਿ ਇਸਨੇ ਐਡਾ ਵੱਡਾ ਅਪਰਾਧ ਕੀਤਾ ਹੈ। ਤਾਂ ਉਸ ਰਾਜੇ ਨੇ ਇਦਾਂ ਹੀ ਕਸਾਈਆਂ ਨੇ ਕੀਤਾ, ਜਿਹੜੇ ਉਸਨੇ ਜਲਾਦ ਰੱਖੇ ਸਨ ਉਹਨਾਂ ਨੇ ਭਗਤ ਸਧਨਾ ਜੀ ਦੇ ਦੋਨੇ ਹੱਥ ਵੱਢ ਦਿੱਤੇ। ਭਗਤ ਸਧਨਾ ਜੀ ਦੀ ਕੋਈ ਗੱਲ ਨਹੀਂ ਸੁਣੀ ਗਈ, ਲੇਕਿਨ ਦੋਨੇ ਹੱਥ ਵੱਢੇ ਗਏ। ਤਾਂ ਭਗਤ ਸਧਨਾ ਜੀ ਨੇ ਮਨ ਵਿੱਚ ਸੋਚਿਆ ਕਿ ਸਧਨਿਆ, ਤੂੰ ਵੀ ਬੱਕਰੇ ਵੱਢਦਾ ਹੁੰਦਾ ਸੀ ਤਾਂ ਉਸ ਦੀ ਹੀ ਤੈਨੂੰ ਸਜ਼ਾ ਮਿਲੀ ਹੈ, ਇਸ ਲਈ ਤੇਰੇ ਦੋਨੇ ਹੱਥ ਵੱਢੇ ਗਏ ਹਨ। ਤਾਂ ਭਗਤ ਸਧਨਾ ਜੀ ਉੱਥੋਂ ਚਲੇ ਗਏ, ਕਿਸੇ ਹੋਰ ਪਿੰਡ ਦੇ ਵਿੱਚ ਚਲੇ ਗਏ। ਸਧਨਾ ਜੀ ਨੇ ਕਾਫੀ ਮਨ ਨੂੰ ਸਮਝਾਇਆ, ਲੇਕਿਨ ਮਨ ਦੇ ਵਿੱਚ ਇੱਕ ਦੁੱਖ ਸੀ ਕਿ ਜਦੋਂ ਮੈਂ ਸਾਰੇ ਕੰਮ ਛੱਡ ਦਿੱਤੇ ਹਨ, ਮੈਂ ਪੁੱਠੇ ਕੰਮ ਛੱਡ ਦਿੱਤੇ ਹਨ, ਵਾਹਿਗੁਰੂ ਜੀ ਮੈਂ ਤੁਹਾਡਾ ਹੀ ਭਜਨ ਕਰ ਰਿਹਾ ਹਾਂ, ਤੁਹਾਡੀ ਹੀ ਬੰਦਗੀ ਕਰ ਰਿਹਾ ਹਾਂ,
ਲੇਕਿਨ ਮੈਨੂੰ ਫੇਰ ਵੀ ਕਾਹਦੀ ਸਜ਼ਾ ਮਿਲੀ ਹੈ? ਮੈਨੂੰ ਭਜਨ ਕਰਨ ਦਾ ਕੀ ਫਾਇਦਾ ਹੈ ਜੇ ਮੇਰੇ ਕਰਮ ਹੀ ਨਹੀਂ ਮਿਟੇ? ਜੇ ਮੇਰੇ ਮਾੜੇ ਕਰਮ ਤੁਸੀਂ ਮਿਟਾਉਣੇ ਨਹੀਂ ਵਾਹਿਗੁਰੂ ਜੀ, ਫਿਰ ਤੁਹਾਡੇ ਭਜਨ ਕਰਨ ਦਾ ਕੀ ਫਾਇਦਾ ਹੈ? ਸਦਨੇ ਨੇ ਬਹੁਤ ਦੁੱਖ ਲੱਗਿਆ ਤੇ ਭਗਤ ਸਦਨਾ ਜੀ ਨੇ ਉੱਥੇ ਇਹ ਸ਼ਬਦ ਉਚਾਰਨ ਕੀਤਾ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਹੈ। ਯਾਨੀ ਕਿ ਪ੍ਰਮਾਤਮਾ ਨਾਲ ਗਿਲੇ ਸ਼ਿਕਵੇ ਹੀ ਕੀਤੇ ਹਨ ਭਗਤ ਸਦਨਾ ਜੀ ਨੇ ਉਸ ਸ਼ਬਦ ਦੇ ਵਿੱਚ। ਤਾਂ ਇਸ ਤੋਂ ਬਾਅਦ ਕੀ ਹੋਇਆ ਉਸ ਸ਼ਬਦ ਉਚਾਰਨ ਤੋਂ ਬਾਅਦ ਆਪਾਂ ਉਹ ਵੀ ਜਾਣਾਂਗੇ ਗੁਰੂ ਪਿਆਰਿਓ, ਤਾਂ ਵੀਡੀਓ ਦੇ ਵਿੱਚ ਬਣੇ ਰਹੋ। ਤਾਂ ਗੁਰੂ ਪਿਆਰਿਓ, ਫਿਰ ਭਗਤ ਸਦਨਾ ਜੀ ਨੇ ਪ੍ਰਮਾਤਮਾ ਨਾਲ ਗਿਲੇ ਸ਼ਿਕਵੇ ਕਰਦੇ ਹੋਏ, ਪ੍ਰਮਾਤਮਾ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇਹ ਸ਼ਬਦ ਉਚਾਰਨ ਕੀਤਾ ਕਿ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ ਬਾਕੀ ਪੈਜ ਸਵਾਰੀ। ਗੁਰੂ ਪਿਆਰਿਓ, ਭਗਤ ਸਦਨਾ ਜੀ ਕਹਿੰਦੇ, ਹੇ ਵਾਹਿਗੁਰੂ ਜੀ, ਹੇ ਪ੍ਰਮਾਤਮਾ ਜੀ, ਮੈਂ ਸੁਣਿਆ ਹੈ ਕਿ ਕਿਸੇ ਰਾਜੇ ਦੀ ਲੜਕੀ ਨੇ ਪ੍ਰਣ ਕੀਤਾ ਸੀ ਕਿ ਮੈਂ ਵਿਸ਼ਨੂੰ ਨਾਲ ਵਿਆਹ ਕਰਾਉਣਾ ਹੈ। ਤਾਂ ਕੋਈ ਹੋਰ ਮੁੰਡਾ ਸੀ ਜਿਹੜਾ ਉਸ ਲੜਕੀ ਨੂੰ ਪਸੰਦ ਕਰਦਾ ਸੀ, ਤਾਂ ਉਸਨੇ ਵਿਸ਼ਨੂੰ ਦੇ ਵਾਂਗੂ ਆਪਣਾ ਭੇਖ ਧਾਰ ਲਿਆ ਤੇ ਵਿਸ਼ਨੂੰ ਦੇ ਵਾਂਗੂ ਹੀ ਉੱਡਣਾ ਸਿੱਖ ਗਿਆ ਤੇ ਵਿਸ਼ਨੂੰ ਦਾ ਰੂਪ ਧਾਰ ਕੇ ਉਹ ਉਸ ਰਾਜੇ ਦੇ ਘਰ ਆ ਗਿਆ ਤੇ ਉਸ ਲੜਕੀ ਨੂੰ ਤੇ ਰਾਜੇ ਨੂੰ ਇਦਾਂ ਹੀ ਲੱਗਿਆ ਕਿ ਉਹ ਵਿਸ਼ਨੂੰ ਹੈ ਤੇ ਉਹਨਾਂ ਨੇ, ਉਸ ਰਾਜੇ ਨੇ ਆਪਣੀ ਲੜਕੀ ਦਾ ਉਸ ਨਾਲ ਵਿਆਹ ਕਰ ਦਿੱਤਾ। ਤਾਂ ਕੀ ਹੋਇਆ ਗੁਰੂ ਪਿਆਰਿਓ? ਭਗਤ ਸਦਨਾ ਜੀ ਆਪਣੇ ਸ਼ਬਦ ਦੇ ਵਿੱਚ ਇਹ ਗੱਲ ਲਿਖ ਰਹੇ ਹਨ। ਤਾਂ ਗੁਰੂ ਪਿਆਰਿਓ, ਜਦੋਂ ਥੋੜ੍ਹੇ ਸਾਲ ਲੰਘੇ ਉਹਨਾਂ ਦੇ ਵਿਆਹ ਨੂੰ, ਤਾਂ ਉਸ ਰਾਜੇ ਦੇ ਰਾਜ ਦੇ ਵਿੱਚ ਅੱਗ ਲੱਗ ਗਈ। ਤਾਂ ਅੱਗ ਬੁਝਾਉਣ ਦਾ ਕਾਫੀ ਯਤਨ ਕਰ ਰਹੇ ਸਨ ਲੋਕ, ਲੇਕਿਨ ਅੱਗ ਬੁਝ ਨਹੀਂ ਰਹੀ ਸੀ। ਤਾਂ ਪਿੰਡ ਵਾਲਿਆਂ ਨੇ ਉਸ ਰਾਜੇ ਨੂੰ ਫਰਿਆਦ ਕੀਤੀ ਕਿ ਮਹਾਰਾਜ, ਤੁਹਾਡਾ ਤਾਂ ਜਮਾਈ ਹੀ ਵਿਸ਼ਨੂੰ ਹੈ, ਤੁਹਾਡਾ ਤਾਂ ਜਮਾਈ ਹੀ ਭਗਵਾਨ ਹੈ, ਤੁਸੀਂ ਉਸ ਨੂੰ ਕਹੋ, ਉਹ ਅੱਗ ਬੁਝਾ ਦੇਵੇਗਾ। ਤਾਂ ਰਾਜੇ ਨੇ ਆਪਣੀ ਲੜਕੀ ਨੂੰ ਕਿਹਾ ਤੇ ਜਦੋਂ ਲੜਕੀ ਨੇ ਕਿਹਾ ਕਿ ਮੈਂ ਗੱਲ ਕਰਦੀ ਹਾਂ, ਤਾਂ ਜਦੋਂ ਉਸਨੇ ਜਾ ਕੇ ਉਸ ਭੇਖੀ ਨੂੰ, ਜਿਹੜਾ ਵਿਸ਼ਨੂੰ ਬਣਿਆ ਹੋਇਆ ਸੀ, ਕਿਹਾ ਕਿ ਆਪਣੇ ਰਾਜ ਦੇ ਵਿੱਚ ਅੱਗ ਲੱਗ ਗਈ ਹੈ ਤੇ ਤੁਸੀਂ ਅੱਗ ਬੁਝਾ ਦੇਵੋ ਆਪਣੀ ਸ਼ਕਤੀ ਦੇ ਨਾਲ। ਤਾਂ ਉਸ ਲੜਕੇ ਨੂੰ ਲੱਗਿਆ ਕਿ ਅੱਜ ਮੇਰੀ ਪੋਲ ਖੁੱਲ੍ਹ ਜਾਵੇਗੀ। ਤਾਂ ਉਸਨੇ ਕਿਹਾ ਹੈ ਕਿ ਬੇਇੱਜ਼ਤੀ ਹੋ ਕੇ ਮਰਨ ਨਾਲੋਂ ਚੰਗਾ ਹੈ ਆਪਾਂ ਪਹਿਲਾਂ ਹੀ ਮਰ ਜਾਂਦੇ ਹਾਂ। ਤਾਂ ਉਹ ਆਤਮ ਹੱਤਿਆ ਕਰਨ ਵਾਸਤੇ ਉਸਨੇ ਚਿਖਾ ਸਜਾ ਲਈ। ਜਦੋਂ ਚਿਖਾ ਸਜਾ ਕੇ ਉਸਨੂੰ ਅੱਗ ਲਾ ਲਈ, ਜਦੋਂ ਉਸ ਵਿੱਚ ਛਾਲ ਮਾਰਨ ਲੱਗਿਆ ਤੇ ਵਿਸ਼ਨੂੰ ਜੀ ਨੇ ਆ ਕੇ ਉਸ ਦੀ ਬਾਂਹ ਫੜ ਲਈ। ਵਿਸ਼ਨੂੰ ਜੀ ਨੇ ਕਿਹਾ ਕਿ ਹੇ ਮੂਰਖਾ, ਤੂੰ ਤਾਂ ਮਰ ਜਾਵੇਂਗਾ ਆਪਣੀ ਜਾਨ ਵਿੱਚ, ਆਪਣੀ ਬੇਇੱਜ਼ਤੀ ਤੋਂ ਡਰਦਾ, ਲੇਕਿਨ ਬੇਇੱਜ਼ਤੀ ਤਾਂ ਮੇਰੀ ਹੋਣੀ ਹੈ, ਲਾਹਣਤਾਂ ਤਾਂ ਮੈਨੂੰ ਪੈਣੀਆਂ ਹਨ, ਤੇਰੇ ਕਰਕੇ ਮੈਂ ਲਾਹਣਤਾਂ ਕਿਉਂ ਸਮਾਂ? ਕਿੱਡੀ ਕੁ ਗੱਲ ਹੈ, ਅੱਗ ਹੀ ਬੁਝਾਉਣੀ ਹੈ, ਤੂੰ ਮੈਨੂੰ ਪਹਿਲਾਂ ਹੀ ਯਾਦ ਕਰ ਲੈਂਦਾ। ਤਾਂ ਭਗਵਾਨ ਵਿਸ਼ਨੂੰ ਜੀ ਨੇ ਮੀਂਹ ਪਾ ਕੇ ਅੱਗ ਬੁਝਾਈ ਸੀ। ਤਾਂ ਭਗਤ ਸਦਨਾ ਜੀ ਕਹਿੰਦੇ ਕਿ ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਿ ਇੱਕ ਕੰਨਿਆ ਦੇ ਕਾਰਨ ਇੱਕ ਭੇਖ ਧਾਰੀ ਨੇ ਕਾਮਾ ਰਤੀ ਸਵਾਰਤੀ ਬਾਕੀ ਪੈਜ ਸਵਾਰੀ, ਕਿ ਉਸ ਦਾ ਮੇਨ ਮਕਸਦ ਕਾਮ ਹੀ ਸੀ। ਉਸ ਔਰਤ ਨਾਲ, ਉਸ ਲੜਕੀ ਨਾਲ, ਉਸ ਕੰਨਿਆ ਨਾਲ ਵਿਆਹ ਕਰਾ ਕੇ ਆਪਣੀ ਜ਼ਿੰਦਗੀ ਗੁਜ਼ਾਰਨਾ ਹੀ ਸੀ। ਕਿ ਹੇ ਵਾਹਿਗੁਰੂ ਜੀ, ਮੈਂ ਸੁਣਿਆ ਹੈ ਤੁਸੀਂ ਉਸ ਦੀ ਵੀ ਲਾਜ ਰੱਖੀ ਸੀ। ਤਾਂ ਅੱਗੇ ਸ਼ਬਦ ਦੇ ਵਿੱਚ ਲਿਖਦੇ ਹਨ ਕਿ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸੇ ਰਹਾਓ। ਕਿ ਹੇ ਵਾਹਿਗੁਰੂ ਜੀ, ਹੇ ਪ੍ਰਭੂ, ਹੇ ਜਗਤ ਦੇ ਪ੍ਰਭੂ, ਜੇ ਪਿਛਲੇ ਕਰਮਾਂ ਦਾ ਫਲ ਨਾਸ਼ ਹੀ ਨਹੀਂ ਹੋਣਾ, ਪਿਛਲੇ ਕਰਮ ਕੀਤੇ ਹੋਏ ਮਿਟਣੇ ਹੀ ਨਹੀਂ ਹਨ, ਮੇਰੇ ਕੀਤੇ ਹੋਏ ਪਾਪ ਜਦੋਂ ਤੁਹਾਡਾ ਨਾਮ ਜਪਣ ਨਾਲ ਵੀ ਨਹੀਂ ਮਿਟਣੇ ਹਨ, ਤਾਂ ਫਿਰ ਕੀ ਫਾਇਦਾ ਹੈ ਤੁਹਾਡਾ ਨਾਮ ਜਪਣ ਦਾ? ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸੇ, ਕਿ ਸਿੰਘ ਦੀ, ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਵਾਹਿਗੁਰੂ ਜੀ? ਜੇ ਗਿੱਦੜ ਹੀ ਖਾ ਜਾਣ, ਜੇ ਗਿੱਦੜ ਹੀ ਮਾਰ ਕੇ ਖਾ ਜਾਣ, ਫਿਰ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਹੈ? ਅੱਗੇ ਲਿਖਦੇ ਹਨ ਭਗਤ ਸਦਨਾ ਜੀ ਕਿ ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ। ਭਗਤ ਸਦਨਾ ਜੀ ਕਹਿੰਦੇ ਕਿ ਹੇ ਵਾਹਿਗੁਰੂ ਜੀ, ਹੇ ਪ੍ਰਮਾਤਮਾ ਜੀ, ਪਪੀਹਾ ਜਲ ਦੀ ਇੱਕ ਬੂੰਦ ਵਾਸਤੇ ਤੜਫਦਾ ਹੋਇਆ, ਦੁਖੀ ਹੋਇਆ, ਕੂਕਦਾ ਰਵੇ ਤੇ ਮਰ ਜਾਵੇ, ਤੇ ਜਦੋਂ ਉਸ ਦੀ ਜਾਨ ਚਲੀ ਜਾਵੇ ਤਾਂ ਫਿਰ ਉਸ ਨੂੰ ਸਮੁੰਦਰ ਦੇ ਦੇਵੇਂ ਤੂੰ, ਜਾਂ ਉਸ ਨੂੰ ਸਮੁੰਦਰ ਹੀ ਮਿਲ ਜਾਵੇ, ਤਾਂ ਉਸ ਨੂੰ ਕੀ ਫਾਇਦਾ ਹੈ? ਜੇਕਰ ਉਸ ਨੂੰ ਜਿਉਂਦੇ ਜੀ ਸਾਗਰ ਦੀ ਬੂੰਦ ਹੀ ਨਾ ਮਿਲੀ ਤਾਂ ਕੀ ਫਾਇਦਾ ਹੈ ਵਾਹਿਗੁਰੂ ਜੀ? ਤਾਂ ਅੱਗੇ ਭਗਤ ਸਦਨਾ ਜੀ ਲਿਖਦੇ ਹਨ ਕਿ ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ, ਬੂੜ ਮੂਏ ਨੌਕਾ ਮਿਲੇ ਕਹੋ ਕਾਹੇ ਚੜਾਵੋ। ਕਿ ਹੇ ਵਾਹਿਗੁਰੂ ਜੀ,
ਮੇਰੀ ਜਿੰਦ ਤਾਂ ਤੇਰੀ ਮਿਹਰ ਦੀ ਉਡੀਕ ਵਾਸਤੇ ਥੱਕੀ ਹੋਈ ਹੈ। ਮੇਰੀ ਜਿੰਦ ਵਿਕਾਰਾਂ ਵਿੱਚ ਡੋਲ ਰਹੀ ਹੈ। ਹੇ ਵਾਹਿਗੁਰੂ ਜੀ, ਮੇਰੇ ਪ੍ਰਾਣ ਥਿਰ ਨਹੀਂ ਹਨ, ਮੇਰੇ ਸਵਾਸ ਥਿਰ ਨਹੀਂ ਹਨ। ਸਰੀਰ ਨੇ ਇੱਕ ਦਿਨ ਮਿਟ ਜਾਣਾ ਹੈ। ਵਾਹਿਗੁਰੂ ਜੀ, ਤੁਸੀਂ ਮਿਹਰ ਕਰੋ। ਜੇ ਮਰ ਹੀ ਗਏ, ਵਿਕਾਰਾਂ ਵਿੱਚ ਡੁੱਬ ਹੀ ਗਏ, ਬੂੜ ਮੂਏ ਨੌਕਾ ਮਿਲੇ ਕਹੋ ਕਾਹੇ ਚੜਵਾਓ ਕਿ ਹੇ ਵਾਹਿਗੁਰੂ ਜੀ, ਜੇਕਰ ਮਰਨ ਤੋਂ ਬਾਅਦ ਤੂੰ ਕਿਸ਼ਤੀ ਦੇ ਦੇਵੇਂ, ਜੇਕਰ ਮੈਂ ਡੁੱਬ ਕੇ ਮਰ ਜਾਵਾਂ ਫਿਰ ਤੂੰ ਮੈਨੂੰ ਕਿਸ਼ਤੀ ਦੇ ਦੇਵੇਂ, ਤਾਂ ਫਿਰ ਮੈਨੂੰ ਉਸ ਬੇੜੀ ਦਾ ਕੀ ਫਾਇਦਾ ਹੈ ਵਾਹਿਗੁਰੂ ਜੀ। ਤਾਂ ਅੱਗੇ ਭਗਤ ਸਦਨਾ ਜੀ ਲਿਖਦੇ ਹਨ ਕਿ ਮੈਂ ਨਾਹੀ ਕਛ ਹਉ ਨਾਹੀ ਕਿਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਹੋ ਸਦਨਾ ਜਨ ਤੌਰਾ। हे ਪ੍ਰਭੂ ਜੀ, ਮੇਰਾ ਹੋਰ ਕੋਈ ਆਸਰਾ ਨਹੀਂ ਹੈ। ਮੈਂ ਕੁਛ ਵੀ ਨਹੀਂ ਹਾਂ, ਮੇਰਾ ਆਪਣਾ ਕੁਛ ਵੀ ਨਹੀਂ ਹਾਂ, ਮੈਂ ਕੁਛ ਵੀ ਨਹੀਂ ਹਾਂ ਤੇ ਮੇਰਾ ਹੋਰ ਕੋਈ ਆਸਰਾ ਵੀ ਨਹੀਂ ਹੈ। ਇਹ ਮਨੁੱਖਾ ਜਨਮ ਮੇਰੀ ਲਾਜ ਰੱਖਣ ਦਾ ਸਮਾਂ ਹੈ। ਵਾਹਿਗੁਰੂ ਜੀ, ਮੈਂ ਸਦਨਾ ਤੇਰਾ ਦਾਸ ਹਾਂ, ਮੈਂ ਤੇਰਾ ਭਗਤ ਹਾਂ, ਮੇਰੀ ਲਾਜ ਰੱਖੋ ਮੇਰੇ ਵਾਹਿਗੁਰੂ ਜੀਓ, ਤੇ ਮੈਨੂੰ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਵੋ, ਮੈਨੂੰ ਬਚਾ ਲਵੋ ਵਾਹਿਗੁਰੂ ਜੀ। ਤਾਂ ਜਦੋਂ ਭਗਤ ਸਦਨਾ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਤਾਂ ਦੂਸਰੇ ਹੀ ਦਿਨ ਗੁਰੂ ਪਿਆਰਿਓ, ਦੂਸਰੇ ਹੀ ਦਿਨ ਉਹ ਔਰਤ ਨੇ ਆਪਣੇ ਗਵਾਂਢਣ ਨੂੰ ਇਹ ਗੱਲ ਦੱਸ ਦਿੱਤੀ ਕਿ ਇੱਕ ਸਾਧੂ ਬਣ ਕੇ ਕੋਈ ਆਇਆ ਸੀ, ਵੀ ਸੋਹਣਾ ਸੀ ਦੇਖਣ ਨੂੰ, ਮੈਂ ਉਸਦੇ ਪਿੱਛੇ ਲੱਗ ਕੇ ਆਪਦੇ ਘਰ ਵਾਲਾ ਵੀ ਮਾਰ ਦਿੱਤਾ, ਲੇਕਿਨ ਮਰ ਜਾਣੇ ਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਤੇ ਛੱਡ ਕੇ ਟੱਪ ਗਿਆ। ਮੈਂ ਉਹਨੂੰ ਕਿੱਦਾਂ ਬਰਦਾਸ਼ਤ ਕਰ ਸਕਦੀ ਸੀ, ਮੈਂ ਘਰ ਵਾਲਾ ਵੀ ਮਾਰਤਾ। ਉਸਨੇ ਆਪਣੀ ਗਵਾਂਢਣ ਨੂੰ, ਆਪਣੀ ਸਹੇਲੀ ਨੂੰ ਇਹ ਗੱਲ ਦੱਸ ਦਿੱਤੀ। ਤਾਂ ਉਸਦੀ ਸਹੇਲੀ ਨੇ, ਕਿਉਂਕਿ ਗੁਰੂ ਪਿਆਰਿਓ ਔਰਤਾਂ ਦੀ ਗੱਲ ਘੱਟ ਹੀ ਪਚਦੀ ਹੁੰਦੀ ਹੈ, ਤਾਂ ਉਸਦੀ ਸਹੇਲੀ ਨੇ ਆਪਣੇ ਘਰ ਵਾਲੇ ਨੂੰ ਦੱਸ ਦਿੱਤੀ। ਤਾਂ ਗੁਰੂ ਪਿਆਰਿਓ ਹੁੰਦੀ ਹਵਾਉਂਦੀ ਗੱਲ ਰਾਜੇ ਤੱਕ ਪਹੁੰਚ ਗਈ। ਤਾਂ ਰਾਜੇ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਰਾਜੇ ਨੇ ਬਹੁਤ ਦੁੱਖ ਮਨਾਇਆ ਤੇ ਗੁੱਸੇ ਵਿੱਚ ਕਿਹਾ ਕਿ ਉਸ ਔਰਤ ਨੂੰ ਪੇਸ਼ ਕਰੋ, ਹੁਣੀ ਪੇਸ਼ ਕਰੋ। ਤਾਂ ਰਾਤੇ ਰਾਤ ਹੀ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਾਜੇ ਨੇ ਕਿਹਾ ਕਿ ਹੇ ਪਾਪਣੇ, ਮੈਨੂੰ ਤੂੰ ਝੂਠੀ ਗੱਲ ਦੱਸ ਕੇ ਇੱਕ ਭਗਤ ਦਾ ਮੇਰੇ ਤੋਂ ਐਡਾ ਵੱਡਾ ਪਾਪ ਕਰਵਾ ਦਿੱਤਾ। ਹੇ ਪਾਪਣੇ, ਇਸ ਨੂੰ ਇੰਨੀ ਭੈੜੀ ਸਜ਼ਾ ਦਿੱਤੀ ਜਾਵੇ ਕਿ ਇਹ ਯਾਦ ਰੱਖੇ। ਤਾਂ ਗੁਰੂ ਪਿਆਰਿਓ, ਉਸ ਰਾਜੇ ਨੇ ਉਸ ਦੇ ਉੱਤੇ ਦਹੀਂ ਛਿੜਕ ਕੇ ਉਸ ਨੂੰ ਚੌਂਕ ਦੇ ਵਿੱਚ ਬੰਨ੍ਹ ਦਿੱਤਾ ਤੇ ਸ਼ਿਕਾਰੀ ਕੁੱਤਿਆਂ ਨੂੰ ਉਸ ਦੇ ਉੱਤੇ ਛੱਡ ਦਿੱਤਾ ਤੇ ਕੁੱਤਿਆਂ ਨੇ ਉਸ ਨੂੰ ਜਿਉਂਦੇ ਹੀ ਖਾ ਗਏ, ਨੋਚ ਕੇ ਖਾਧਾ। ਇਸ ਤੋਂ ਬਾਅਦ ਭਗਤ ਸਦਨਾ ਜੀ ਨੂੰ ਭਾਲ ਕੇ ਉਸ ਤੋਂ ਮਾਫੀ ਮੰਗੀ ਰਾਜੇ ਨੇ ਤੇ ਭਗਤ ਸਦਨਾ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਰਾਜ ਦੇ ਵਿੱਚ ਰਹਿ ਕੇ ਭਗਤੀ ਕਰ ਸਕਦੇ ਹੋ। ਤਾਂ ਭਗਤ ਸਦਨਾ ਜੀ ਕਹਿੰਦੇ ਕਿ ਭਾਈ ਸਾਡਾ ਕੋਈ ਟਿਕਾਣਾ ਨਹੀਂ ਹੈ, ਸਾਨੂੰ ਤਾਂ ਅਸੀਂ ਤਾਂ ਇੱਦਾਂ ਹੀ ਘੁੰਮਦੇ ਫਿਰਦੇ ਹਾਂ, ਜਿੱਥੇ ਰਾਤ ਪਈ ਜਾਂਦੀ ਹੈ ਉੱਥੇ ਰਾਤ ਕੱਟ ਲੈਂਦੇ ਹਾਂ। ਤਾਂ ਗੁਰੂ ਪਿਆਰਿਓ, ਇਸ ਤੋਂ ਬਾਅਦ ਕਹਿੰਦੇ ਵਾਹਿਗੁਰੂ ਜੀ ਨੇ ਉਸ ਔਰਤ ਨੂੰ ਤਾਂ ਸਜ਼ਾ ਦਵਾਈ ਜਿਸ ਨੇ ਭਗਤ ਸਦਨਾ ਜੀ ਤੇ ਇਲਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਭਗਤ ਸਦਨਾ ਜੀ ਦੇ ਦੋਨੋਂ ਹੱਥ ਵੀ ਪ੍ਰਮਾਤਮਾ ਨੇ ਸਹੀ ਸਲਾਮਤ ਕਰ ਦਿੱਤੇ। ਤਾਂ ਗੁਰੂ ਪਿਆਰਿਓ, ਇਸ ਤਰ੍ਹਾਂ ਭਗਤ ਸਦਨਾ ਜੀ ਨੇ ਪ੍ਰਮਾਤਮਾ ਜੀ ਨੂੰ ਇੰਨਾ ਮੰਨਣ ਕਿ ਬੱਕਰੇ ਵੱਢਣ ਦੇ ਬਾਵਜੂਦ ਵੀ, ਇੰਨੇ ਪਾਪ ਕਰਨ ਦੇ ਬਾਵਜੂਦ ਵੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ। ਤਾਂ ਗੁਰੂ ਪਿਆਰਿਓ, ਵਾਹਿਗੁਰੂ ਜੀ ਦੇ ਘਰ ਦੇ ਵਿੱਚ ਦੇਰ ਹੈ ਅੰਧੇਰ ਨਹੀਂ। ਤੁਸੀਂ ਜਦੋਂ ਵੀ ਚੱਲੋਗੇ ਤਾਂ ਵਾਹਿਗੁਰੂ ਜੀ ਦਾ ਦਰਵਾਜ਼ਾ ਤਾਂ ਖੁੱਲ੍ਹਾ ਹੈ। ਤਾਂ ਗੁਰੂ ਪਿਆਰਿਓ, ਜੇਕਰ ਭਗਤ ਸਦਨਾ ਜੀ ਤੇ ਮਿਹਰ ਹੋ ਸਕਦੀ ਹੈ ਤਾਂ ਆਪਣੇ ਤੇ ਵੀ ਮਿਹਰ ਹੋ ਸਕਦੀ ਹੈ। ਤੇ ਵਾਹਿਗੁਰੂ ਜੀ ਦਾ ਲੜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਗੁਰੂ ਪਿਆਰਿਓ ਛੱਡਿਓ ਨਾ, ਕਿਉਂਕਿ ਗੁਰੂ ਜੀ ਜ਼ਰੂਰ ਮਿਹਰ ਕਰਦੇ ਹਨ। ਉਸ ਨੂੰ ਆਪਣੇ ਬੱਚਿਆਂ ਦਾ, ਆਪਣੇ ਭਗਤਾਂ ਦਾ ਖਿਆਲ ਹੈ। ਕਿੰਨੇ ਮਰਜ਼ੀ ਗਲਤ ਕੰਮ ਕਰਦੇ ਰਹੀਏ, ਲੇਕਿਨ ਗੁਰੂ ਨੂੰ ਖਿਆਲ ਹੈ ਉਸਨੇ ਇੱਕ ਨਾ ਇੱਕ ਦਿਨ ਸਾਨੂੰ ਵੀ ਮੋੜ ਹੀ ਲੈਣਾ ਹੈ। ਵਿਕਾਰਾਂ ਦੇ ਵਿੱਚ ਡੁੱਬਦੇ ਹੋਇਆਂ ਨੂੰ ਸਾਨੂੰ ਵੀ ਬਚਾ ਹੀ ਲੈਣਾ ਹੈ, ਜਿਸ ਤਰ੍ਹਾਂ ਭਗਤ ਸਦਨਾ ਜੀ ਨੂੰ ਬਚਾ ਲਿਆ। ਤਾਂ ਗੁਰੂ ਪਿਆਰਿਓ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਗੁਰੂ ਪਿਆਰਿਓ, ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।